ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਦਿਨ ਫਿਰ ਉਸ ਦੇਸ਼ ਦਾ ਜਿਨ੍ਹਾਂ ਨੇ ਕਿ ਸਾਨੂੰ ਲੋੜ ਵੇਲੇ ਆਸਰਾ ਦਿੱਤਾ, ਸਾਨੂੰ ਅਪਣਾ ਲਿਆ। ਕਿਉਂਕਿ ਅੱਜ ਇਮੀਗ੍ਰੇਸ਼ਨ ਮਿਨਿਸਟਰ ਦੀ ਸਟੇਟਮੈਂਟ ਕੀ ਹੈ ਕਿ ਬਹੁਤ ਸਾਰੇ ਲੋਕ ਇੱਥੇ ਆਉਂਦੇ ਆ ਆਪਣੀਆਂ ਆਰਥਿਕ ਲੋੜਾਂ ਕਰਕੇ। ਬੜਾ ਵਧੀਆ ਉਹਨਾਂ ਦਾ ਆਪਣੀਆਂ ਧਰਤੀਆਂ ਤੇ ਜੀਵਨ ਹੋ ਸਕਦਾ ਜੀ, ਪਰ ਇਕਨੋਮਿਕਲੀ ਉਹਨਾਂ ਨੂੰ ਲੱਗਦਾ ਹੁੰਦਾ ਵੀ ਅਸੀਂ ਇੱਥੇ ਸਾਡਾ ਫਿਊਚਰ ਨਹੀਂ ਬਹੁਤਾ ਕੋਈ ਵਧੀਆ ਬਣ ਸਕਦਾ, ਤੇ ਫਿਰ ਉਹ ਕੈਨੇਡਾ ਵੱਲ ਦੇਖਦੇ ਨੇ। ਜਾਂ ਫਿਰ ਬਹੁਤ ਸਾਰੇ ਲੋਕ ਜੀ ਫਿਰ ਜਦੋਂ ਆ ਜਾਂਦੇ ਆ ਫਿਰ ਉਹਨਾਂ ਦੇ ਨਾਲ ਹੋਰ ਕਈ ਜੀ ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਇੱਥੇ ਫੈਮਿਲੀ ਰੀਯੂਨੀਫਿਕੇਸ਼ਨ ਹੁੰਦੀ ਆ। ਜਾਂ ਫਿਰ ਬਹੁਤ ਸਾਰੇ ਲੋਕ ਇੱਥੇ ਦੇਸ਼ਾਂ ਦੇ ਵਿੱਚ ਤੁਹਾਨੂੰ ਪਤਾ ਜੰਗਾਂ ਚੱਲਦੀਆਂ, ਵਾਇਲੈਂਸ ਹੈ, ਪ੍ਰੋਸੀਕਿਊਸ਼ਨ ਹੈ, ਰੈਫਿਊਜੀਜ਼ ਇੱਥੇ ਆਉਂਦੇ ਨੇ ਜੀ। ਸੋ ਇਸ ਲਿਹਾਜ਼ ਨਾਲ ਪਰ ਆਪਾਂ ਰਲ ਮਿਲ ਕੇ ਇਸ ਦੇਸ਼ ਦੇ ਵਿੱਚ 38 ਮਿਲੀਅਨ ਲੋਕ ਇੱਕ ਟੀਮ ਆ, ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਅੱਜ ਕਿਹਾ ਵੀ ਜਿਹੜਾ ਇਹ ਡਾਈਵਰਸਿਟੀ ਆ ਨਾ, ਵੀ ਆਪਾਂ ਤਰ੍ਹਾਂ ਦੇ ਲੋਕ ਆ, ਮਲਟੀਕਲਚਰਲਿਜ਼ਮ ਹੈ ਇਸ ਮੁਲਕ ਦੇ ਵਿੱਚ, ਵੀ ਇਹੀ ਸਾਡੀ ਤਾਕਤ ਆ। ਵੀ ਕੋਈ ਫਰਕ ਨਹੀਂ ਪੈਂਦਾ ਵੀ ਸਾਡਾ ਪਿਛੋਕੜ ਕੀ ਹੈ, ਸਾਡਾ ਧਰਮ ਕੀ ਹੈ, ਸਾਡਾ ਵਿਸ਼ਵਾਸ ਕੀ ਹੈ, ਪਰ ਕੁੱਲ ਮਿਲਾ ਕੇ ਜਾਣੀ ਐਟ ਦਾ ਐਂਡ ਅਸੀਂ ਸਾਰੇ ਕੈਨੇਡੀਅਨ ਫੈਮਿਲੀ ਹੈਗੇ ਆ ਜੀ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਸਾਲ ਹਰੇਕ ਦਾ ਹੀ ਜਿਹੜਾ 182ਵਾਂ ਦਿਨ ਹੋਵੇ ਉਹ ਹੁੰਦਾ ਜੀ ਕੈਨੇਡਾ ਡੇ, ਜੁਲਾਈ 1, ਤੇ ਉਹ ਫਿਰ ਅੱਜ ਹੈ। ਜੇ ਸਾਲ ਲੀਪ ਦਾ ਹੋਵੇ ਤੇ ਚਲੋ ਫਿਰ 183ਵਾਂ ਦਿਨ ਹੋ ਸਕਦਾ, ਪਰ ਆਮ ਤੌਰ ਤੇ ਜਾਣੀ ਕਿ ਉਹ ਤੇ 4 ਸਾਲਾਂ ਬਾਅਦ ਆਉਣਾ ਹੈ। ਪਰ 182ਵਾਂ ਦਿਨ ਜਿਹੜਾ ਜੀ ਉਹ ਕੈਨੇਡਾ ਡੇ ਆ। ਤੇ ਕੈਨੇਡਾ ਡੇ ਅੱਜ ਇਹ 155ਵਾਂ ਆ, ਕਿਉਂਕਿ ਜਿਹੜੀ ਹਿਸਟਰੀ ਆ ਇਹ 1867 ਤੋਂ ਸ਼ੁਰੂ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕੈਨੇਡਾ ਵੱਧਦਾ ਫੁੱਲਦਾ ਪ੍ਰਫੁੱਲਤ ਰਿਹਾ ਧਰਾਤਲ ਪੱਖੋਂ, ਤੇ ਹੁਣ ਜਿੱਡਾ ਕੁ ਹੈਗਾ ਓਡਾ ਕੀ ਰਹਿੰਦਾ ਹੈ, ਪਰ ਆਬਾਦੀ ਪੱਖੋਂ ਜਿਹੜਾ ਜੀ ਵੀ ਇਹ ਗਰੋ ਹੁੰਦਾ ਰਹਿੰਦਾ। ਆਪਾਂ ਦੇਖਦੇ ਹਾਂ ਉਹਦੇ ਵਿੱਚ ਇਮੀਗ੍ਰੇਸ਼ਨ ਦਾ, ਬਾਹਰੋਂ ਲੋਕਾਂ ਦਾ ਵੱਡਾ ਰੋਲ ਹੈ। ਇਸ ਦਿਨ ਫਿਰ ਇਹ ਟ੍ਰੈਡੀਸ਼ਨ ਰਹੀ ਆ ਵੀ ਲੋਕ ਚਾਅ ਦੇ ਨਾਲ, ਖੁਸ਼ੀਆਂ ਦੇ ਨਾਲ ਇਸ ਦਿਨ ਨੂੰ ਰਲ ਮਿਲ ਕੇ ਮਨਾਉਂਦੇ ਨੇ। ਆਪਣਾ ਤਰ੍ਹਾਂ ਦੇ ਖਾਣੇ ਵੀ ਘਰਾਂ ਦੇ ਵਿੱਚ ਪਕਾਏ ਜਾਂਦੇ ਆ। ਫਿਰ ਜਿਹੜੇ ਆਪਾਂ ਦੇਖਦੇ ਹਾਂ ਵੀ ਨੈਸ਼ਨਲ ਲੈਵਲ ਤੇ ਆਟੋਵਾ ਦੇ ਵਿੱਚ, ਹੋਰ ਕਹਿ ਲਓ ਵੀ ਆਟੋਵਾ ਤੋਂ ਵੈਨਕੂਵਰ ਤੱਕ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਮਿਊਨਸੀਪਲ ਲੈਵਲ ਤੇ ਵੀ ਫੰਕਸ਼ਨ ਜਿਹੜੇ ਜੀ ਆਰਗੇਨਾਈਜ਼ ਕੀਤੇ ਗਏ ਹੁੰਦੇ ਆ, ਜਿਵੇਂ ਕਿ ਟੋਰੰਟੋ ਚ ਵੀ ਹੈ, ਕਿਚਨਰ ਚ ਵੀ, ਵਿੰਡਸਰ ਚ ਵੀ, ਸਾਡੇ ਬਰੈਂਪਟਨ ਸਿਟੀ ਦੇ ਵਿੱਚ ਵੀ ਜੀ। ਸੋ ਇਸ ਤਰ੍ਹਾਂ ਜੀ ਵੀ ਉਹਦੇ ਵਿੱਚ ਜਾਣੀ ਸ਼ਮੂਲੀਅਤ ਕੀਤੀ ਜਾਂਦੀ ਆ ਵਿਦ ਫੈਮਲੀਜ਼। ਕੈਨੇਡੀਅਨ ਫਲੈਗ ਦੇ ਵਿੱਚ ਆਪਣੇ ਆਪ ਨੂੰ ਕਈ ਵਾਰੀ ਲਪੇਟ ਕੇ ਜਾਂ ਚਿਹਰਿਆਂ ਤੇ ਤਰ੍ਹਾਂ ਦੇ ਕੈਨੇਡੀਅਨ ਫਲੈਗ ਦੇ ਰੰਗ ਬਣਾ ਕੇ। ਕੈਨੇਡਾ ਦੀ ਜਿਹੜੀ ਸਟਰੈਂਥ ਆ ਜਾਣੀ ਅਰਸ਼ ਇਸ ਗੱਲ 'ਚ ਸਮਝੀ ਗਈ ਆ ਵੀ ਇਹ ਦੁਨੀਆ ਦੇ ਵਿੱਚ ਕਿਉਂ ਇੰਨਾ ਸਤਿਕਾਰਤ ਦੇਸ਼ ਬਣਿਆ, ਵੀ ਇੱਥੋਂ ਦੇ ਜਿਹੜੇ ਲੋਕ ਸੀ ਨਾ ਉਹਨਾਂ ਨੂੰ ਐਜੂਕੇਟ ਕਰਕੇ ਉਹਨਾਂ ਦੇ ਵਿੱਚ ਕਿਰਦਾਰ ਇਹੋ ਜਿਹੇ ਭਰ ਦਿੱਤੇ ਗਏ ਕਿ ਉਹਨਾਂ ਨੇ ਘੜਿਆਂ ਦਾ, ਗਾਗਰਾਂ ਦਾ ਮੂੰਹ ਤੇ ਖੁੱਲਾ, ਪਰ ਮੂੰਹ ਓਨਾ ਕੀ ਮਾਰਨਾ ਜਿੰਨੀ ਕੁ ਉਹਨਾਂ ਨੂੰ ਲੋੜ ਹੈ। ਇਹ ਨੀਗਾ ਵੀ ਜੇ ਘੜਾ ਖੁੱਲਾ ਤੇ ਸਾਰਾ ਮੈਂ ਅਲੱਦ ਲਵਾਂ ਤੇ ਬਾਕੀ ਮਰਨ ਭੁੱਖੇ, ਕੋਈ ਗੱਲ ਨਹੀਂ। ਸੋ ਇਹ ਜਿਹੜੀ ਮਤਲਬ ਕੰਪੈਸ਼ਨ ਵੀ ਲੋੜਵੰਦਾਂ ਦੇ ਨਾਲ ਹਮਦਰਦੀ ਰੱਖਣੀ, ਉਹਨਾਂ ਦੀ ਸਹਾਇਤਾ ਕਰਨੀ, ਉਹਨਾਂ ਦਾ ਆਸਰਾ ਬਣਨਾ ਜੀ। ਹੁਣ ਆਪਾਂ ਬਾਣੀ ਤਾਂ ਰੋਜ਼ ਪੜ੍ਹਦੇ ਹਾਂ, ਉਹਦੇ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਆ? ਉਹ ਤਾਂ ਕਹਿੰਦੇ ਵੀ ਜ਼ਿੰਦਗੀ ਦਾ ਰਾਹ ਉਸ ਇਨਸਾਨ ਨੇ ਪਛਾਣਿਆ ਜਿਹਨੇ ਸਖਤ ਮਿਹਨਤ ਕਰਕੇ ਆਪਣੇ ਹੱਕ ਹਲਾਲ ਦੀ ਕਮਾਈ ਨਾਲ ਆਪਣਾ ਗੁਜ਼ਾਰਾ ਕੀਤਾ, ਤੇ ਫਿਰ ਉਸ ਦੇ ਵਿੱਚੋਂ ਕੁਝ ਬਚਾ ਕੇ ਕੁਝ ਹੱਥੋਂ ਦਿੱਤਾ, ਲੋੜਵੰਦਾਂ ਦੀ ਸਹਾਇਤਾ ਕੀਤੀ ਜੀ। ਹੈਗੀ ਆ ਨਾ ਗੱਲ, ਘਾਲ ਖਾਏ ਕਿਛ ਹੱਥੋਂ ਤੇ ਨਾਨਕ ਰਾਹ ਪਛਾਣੇ ਸੀ। ਸੋ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਰਾਹ ਪਛਾਣਿਆ, ਜਿਹੜੇ ਕਿ ਮਿਹਨਤ ਨਾਲ ਆਪਣੀ ਜੀਵਨ ਦਾ ਗੁਜ਼ਾਰਾ ਕਰਦੇ ਆ, ਉਸ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਦੇ ਆ। ਇਹ ਨੀਗਾ ਵੀ ਲੋੜਵੰਦਾਂ ਨੂੰ ਲੁੱਟਮਾਰ ਕਰਕੇ ਆਪਣਾ ਘਰ ਭਰ ਲਿਆ ਤੇ ਫੇਰ ਜਾਣੀ ਕਿ ਵੀ ਆਪਾਂ ਕਹੀਏ ਵੀ ਹੁਣ ਆਪਾਂ ਦਾਨੀ ਵੀ ਬਹੁਤ ਵੱਡੇ ਆ। ਏਦਾਂ ਨਹੀਂ। ਹੁਣ ਲੋੜਵੰਦਾਂ ਦੀ ਸਹਾਇਤਾ, ਆਸਰਾ ਬਣਨ ਕਰਕੇ ਰੈਫਿਊਜੀਜ਼ ਨੂੰ ਖਾਸ ਤੌਰ ਤੇ ਕੈਨੇਡਾ ਦਾ ਜਿਹੜਾ ਜੀ ਪੀ ਮਨੁੱਖੀ ਅਧਿਕਾਰਾਂ ਦੇ ਪੱਖੋਂ ਇੱਕ ਚੈਂਪੀਅਨ ਵਜੋਂ ਜਿਹੜਾ ਜੀ ਪੀ ਇਹ ਨਾਂ ਉੱਭਰ ਕੇ ਸਾਹਮਣੇ ਆਇਆ ਦੁਨੀਆ ਦੇ ਵਿੱਚ, ਤੇ ਅੱਜ ਵੀ ਹੈਗਾ। ਪਰ ਇਹਦੇ ਵਿੱਚ ਹੁਣ ਜਿੱਦਾਂ ਆਪਾਂ ਕਹਿੰਦੇ ਵੀ 364 ਦਿਨ ਖਬਰਾਂ ਦੇ, ਉਹਦੇ ਵਿੱਚ ਇਹ ਆ ਜੀ ਵੀ ਅਸੀਂ ਇੱਕ ਦਿਨ ਇਹ 364 ਦਿਨ ਕੈਨੇਡਾ 'ਚ ਆ ਕੇ ਕੈਨੇਡਾ ਦੇ ਨੁਕਸ ਵੀ ਤੇ ਕੱਢਦੇ ਰਹਿੰਦੇ ਆ ਨਾ। ਇਹ
365ਵਾਂ ਦਿਨ ਕੈਨੇਡਾ ਦੇ ਨੁਕਸ ਕੱਢਣ ਦਾ ਨਹੀਂ, ਉਹਦੀਆਂ ਸਿਫਤਾਂ ਕਰਨ ਦਾ, ਤੇ ਸ਼ਾਇਦ ਜੇ ਆਪਣੇ 'ਚ ਕੋਈ ਨੁਕਸ ਹੋਵੇ ਤੇ ਉਹ ਦਰੁਸਤ ਕਰਨ ਦਾ ਜੀ। ਕਿਉਂਕਿ ਨਾਨਕ ਰਾਹ ਪਛਾਣੇ ਸੇ, ਉਹਨਾਂ ਨੇ ਨਹੀਂ ਆਪਣਾ ਰਾਹ ਪਛਾਣਿਆ ਇਸ ਮੁਲਕ ਦੇ ਵਿੱਚ ਵੀ ਆ ਕੇ, ਜਿਨ੍ਹਾਂ ਨੇ ਕਿ ਤਨਖਾਹਾਂ ਵਰਕਰਜ਼ ਨੂੰ ਘੱਟ ਦਿੱਤੀਆਂ, ਉਹਨਾਂ ਦੀਆਂ ਮਾਰੀਆਂ ਅਰਸ਼, ਜਾਂ ਲੋੜ ਵੇਲੇ ਉਹਨਾਂ ਨੂੰ ਚਿੱਠੀਆਂ ਵੇਚੀਆਂ, ਜਾਂ ਉਹਨਾਂ ਨੂੰ LMIA ਦੇ ਬਹਾਨੇ ਲੁੱਟਿਆ। ਠੀਕ ਹੈ ਨਾ। ਸੋ ਉਹਨਾਂ ਨੇ ਨਹੀਂ ਆਪਣਾ ਰਾਹ ਪਛਾਣਿਆ ਬਿਲਕੁਲ, ਜਿਨ੍ਹਾਂ ਨੇ ਕਿ ਲੋੜਵੰਦਾਂ ਨੂੰ ਲੁੱਟਣ ਦੇ ਰਾਹ ਲੱਭੇ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਰਾਹ ਇਸ ਮੁਲਕ 'ਚ ਆ ਕੇ ਨਹੀਂ ਪਛਾਣਿਆ, ਕਿਉਂਕਿ ਇਸ ਮੁਲਕ ਨੇ ਤੇ ਉਹਨਾਂ ਨੂੰ ਅਪਰਚੁਨਿਟੀ ਦਿੱਤੀ, ਪਰ ਗਰੀਡ ਜਾਣੀ ਕਿ ਲਾਲਚ ਤਬੀਅਤ ਵਿੱਚੋਂ ਕਾਇਮ ਰਿਹਾ, ਤੇ ਉਸ ਅਪਰਚੁਨਿਟੀ ਦੇ ਵਿੱਚੋਂ ਗਾਂਹ ਇਹੋ ਜਿਹੀਆਂ ਆਪਣੇ ਲਈ ਸੰਭਾਵਨਾਵਾਂ ਪੈਦਾ ਕਰ ਲਈਆਂ ਵੀ ਮੈਂ ਲੋੜਵੰਦਾਂ ਨੂੰ ਲੁੱਟ ਕਿੱਦਾਂ ਸਕਦਾ, ਲੁੱਟ ਕਿੱਦਾਂ ਸਕਦੀ ਹਾਂ। ਇਹ ਕੈਨੇਡਾ ਨਹੀਂ ਸੀ, ਇਹ ਕੈਨੇਡਾ ਨਹੀਂ ਸੀ। ਸੋ ਇਸ ਕਰਕੇ ਇਹ ਆ ਜੀ ਵੀ ਆਪਾਂ ਜਦੋਂ ਇਹ 364 ਦਿਨਾਂ ਦੇ ਚੱਲਦਿਆਂ ਸਵਾਲ ਵੀ ਕਰਦੇ ਹੁੰਦੇ ਆ ਵੀ ਕੋਈ ਪ੍ਰੋਫੈਸ਼ਨ ਐਸਾ ਦੱਸਿਆ ਜਾਵੇ ਜਿਹਦੇ ਵਿੱਚ ਕੈਨੇਡਾ 'ਚ ਆਪਾਂ ਬਾਹਰੋਂ ਆਏ ਹੋਏ ਲੋਕ, ਉਹਨਾਂ ਦੀ ਬਹੁਤਾਤ ਹੋਈ ਤੇ ਉਹ ਪ੍ਰੋਫੈਸ਼ਨ ਦਾ ਬੇੜਾ ਗਰਕ ਨਾ ਹੋਇਆ ਹੋਵੇ, ਜਾਂ ਉਹ ਕੋਈ ਪ੍ਰੋਫੈਸ਼ਨ ਦੱਸ ਦਿਓ ਜਿਹਦੇ ਵਿੱਚ ਅਜੇ ਆਪਾਂ ਨਹੀਂ ਜਾ ਸਕੇ ਤੇ ਉਹ ਪ੍ਰੋਫੈਸ਼ਨ ਦਾ ਫਿਰ ਵੀ ਸਤਿਆਨਾਸ਼ ਹੋ ਗਿਆ ਹੋਵੇ। ਹੁਣ ਆਪਾਂ ਕਹਿ ਦਿੰਦੇ ਜੀ ਵੀ ਥੋੜੇ ਜਿਹੇ, ਥੋੜੀਆਂ ਜਿਹੀਆਂ ਹੀ ਆ, ਜਿਸ ਪ੍ਰੋਫੈਸ਼ਨ ਦਾ ਹੀ ਸਤਿਆਨਾਸ਼ ਹੋ ਜਾਏ, ਮੈਂ ਪੁੱਛਦਾ ਵੀ ਫਿਰ ਉਹ ਥੋੜੇ ਤੇ ਥੋੜੀਆਂ ਕਿੱਦਾਂ ਆ। ਕੋਈ ਇੱਕ ਪ੍ਰੋਫੈਸ਼ਨ ਦੱਸ ਦਿਓ ਜਾਂ ਤੇ ਵੀ ਜਿਹਦੇ ਕਰਕੇ ਸ਼ਾਨ ਵਧਾ ਨਹੀਂ ਸਕੇ ਤੇ ਓਨੀ ਹੀ ਰਹਿ ਗਈ ਜਿੰਨੀ ਸਾਡੇ ਆਉਣ ਤੋਂ ਪਹਿਲਾਂ ਸੀ। ਠੀਕ ਆ। ਤੇ ਫਿਰ ਇਸ ਕਰਕੇ ਜੇ ਹਰੇਕ ਪ੍ਰੋਫੈਸ਼ਨ ਦਾ ਸਤਿਆਨਾਸ਼ ਹੀ ਹੋਈ ਜਾ ਰਿਹਾ ਤੇ ਸਵਾਲ ਪੈਦਾ ਹੁੰਦਾ ਵੀ ਕੀ ਵਾਕਿਆ ਹੀ ਥੋੜੇ ਤੇ ਥੋੜੀਆਂ ਆ ਕਿ ਜਾਂ ਫਿਰ ਮਾਮਲਾ ਕੋਈ ਗੜਬੜ ਹੈ। ਸੋ ਇਸ ਕਰਕੇ ਜੀ ਵੀ ਇਹ 365ਵਾਂ ਦਿਨ ਕੈਨੇਡਾ ਦੇ ਨੁਕਸ ਕੱਢਣ ਦਾ ਬਿਲਕੁਲ ਨਹੀਂ ਆ। ਵੈਸੇ ਤੇ ਕੈਨੇਡਾ ਦਾ ਨੁਕਸ ਕੱਢਣ ਦਾ ਸਾਡੇ ਕੋਲ ਹੱਕ ਨਹੀਂ ਜਿੰਨਾ ਚਿਰ ਅਸੀਂ ਆਪਾਂ ਨੁਕਸਦਾਰ ਹੋਈਏ। ਸੋ ਇਸ ਕਰਕੇ ਇਹ ਆ ਜੀ ਵੀ ਇਹ ਕੈਨੇਡਾ ਦੀਆਂ ਸਿਫਤਾਂ ਕਰਨ ਦਾ ਅਰਸ਼ ਦੇਣਾ ਹੈ ਜੀ, ਤੇ ਇਹਦੇ ਨਾਲ ਹੀ ਫਿਰ ਆਪਣੇ ਨੁਕਸ ਆਪਾਂ ਵਿਚਾਰ ਕੇ ਅੱਗੋਂ ਗਾਂ ਚਲੋ ਜੋ ਪਿੱਛੇ ਹੁਣ ਤੱਕ ਹੋ ਗਿਆ ਹੋਊਗਾ ਵੀ ਗਾਂ ਅਸੀਂ ਲੋੜਵੰਦਾਂ ਦੀ ਸਹਾਇਤਾ, ਉਹਨਾਂ ਦਾ ਆਸਰਾ ਕਿੱਦਾਂ ਬਣ ਸਕਦੇ ਆ। ਜੋ ਪਿੱਛੇ ਕੁਝ ਗਲਤੀਆਂ ਹੋ ਗਈਆਂ ਉਹ ਸਦਾ ਠੀਕ ਕਰਕੇ ਗਾਂ ਤੁਰ ਪਈਏ ਨਾ, ਤਾਂ ਫਿਊਚਰ ਕੋਈ ਨਹੀਂ ਬਰਾਈਟ ਹੀ ਆ। ਸੋ ਇਸ ਕਰਕੇ ਅਸੀਂ ਆਪਣੇ ਬਾਬੇ ਨਾਨਕ ਜੀ ਦੇ ਮੁਤਾਬਕ ਜਿਹੜਾ ਆਪਣਾ ਰਾਹ ਆ ਨਾ ਜੀਵਨ ਦਾ ਤਾਂ ਪਛਾਣਾਂਗੇ ਜੇ ਲੋੜਵੰਦਾਂ ਦੀ ਲੁੱਟ ਮਾਰ, ਇਹ ਗਰੀਡ ਆਪੋ ਧਾਪੀ ਬੰਦ ਕਰਕੇ ਅਸੀਂ ਉਹਨਾਂ ਦਾ ਆਸਰਾ ਬਣਾਂਗੇ, ਉਹਨਾਂ ਦੀ ਸਹਾਇਤਾ ਕਰਾਂਗੇ ਜੀ। ਕੈਨੇਡਾ ਡੇ ਦੇ ਮੌਕੇ ਤੇ ਸ਼ਾਇਦ ਆਪਾਂ ਅੱਜ ਇਹ ਲੈਸਨ ਗ੍ਰਹਿਣ ਕਰ ਸਕਦੇ ਹਾਂ। ਜਿਨ੍ਹਾਂ ਨੇ ਇਹ ਰਾਹ ਪਛਾਣਿਆ ਹੋਇਆ ਉਹਨਾਂ ਦੇ ਚਰਨਾਂ ਨੂੰ ਅਸੀਂ ਹੱਥ ਲਾਉਂਦੇ ਹਾਂ, ਸੀਸ ਨਿਵਾਉਂਦੇ ਹਾਂ, ਉਹਨਾਂ ਕੋਲੋਂ ਅਸੀਂ ਬਹੁਤ ਕੁਝ ਸਿੱਖਣਾ ਚਾਹੁੰਦੇ ਹਾਂ। ਪਰ ਜਿੱਥੇ ਜਿੱਥੇ ਇਹ ਢਿੱਲ ਮੱਠ ਹੈਗੀ ਆ ਉੱਥੇ ਅੱਜ ਦੇ ਦਿਨ ਨਵੀਂ ਸ਼ੁਰੂਆਤ ਕਰਨ ਦਾ ਇੱਕ ਮੌਕਾ ਹੋ ਸਕਦਾ ਹੈ। ਡਾਕਟਰ ਜੀ ਬੜੀ ਖੂਬ ਗੱਲ ਕੀ, ਕੈਨੇਡਾ ਨੇ ਸਾਨੂੰ ਬਹੁਤ ਕੁਝ ਦਿੱਤਾ, ਸਪੈਸ਼ਲੀ ਅਸੀਂ ਇੱਕ ਵੈਰੀ ਬਲੈਸਡ ਕੰਟਰੀ ਦੇ ਵਿੱਚ ਰਹਿੰਦੇ ਆ ਜੋ ਮੈਡੀਕਲ ਦੀਆਂ ਸੇਵਾਵਾਂ ਸਾਨੂੰ ਦਿੱਤੀਆਂ ਜਾ ਰਹੀਆਂ ਨੇ ਬਿਲਕੁਲ ਫ੍ਰੀ, ਐਂਡ ਨਾਟ ਓਨਲੀ ਫ੍ਰੀ, ਸਾਡੇ ਜਿਹੜੇ ਮਿਹਨਤ ਦੇ ਕਮਾਏ ਹੋਏ ਟੈਕਸ ਦੇ ਡਾਲਰਸ ਆ ਉਹ ਚੰਗੇ ਥਾਵਾਂ ਦੇ ਉੱਤੇ ਲੱਗ ਵੀ ਰਹੇ ਨੇ, ਜੋ ਤੁਸੀਂ ਕਹਿ ਲਓ ਇਨਫਰਾਸਟਰਕਚਰ 'ਚ ਕਹਿ ਲਓ, ਰੋਡਸ 'ਤੇ ਕਹਿ ਲਓ, ਐਂਡ ਅਗੇਨ ਕੈਨੇਡਾ ਹੈਜ਼ ਗਿਵਨ ਅਸ ਸੋ ਮਚ ਦੈਟ ਕਈ ਜਿਹੜੇ ਇੰਡੀਆ ਤੋਂ ਜਿਹੜੇ ਲੋਕ ਇੱਥੇ ਇੱਕ ਸੁਪਨਾ ਸੀ ਉਹਨਾਂ ਵਾਸਤੇ, ਐਂਡ ਅੱਜ ਮਹਿਲਾ ਵਰਗੇ ਘਰਾਂ ਦੇ ਵਿੱਚ ਵਧੀਆ ਜੌਬਸ, ਵਧੀਆ ਪੋਜੀਸ਼ਨਸ ਦੇ ਵਿੱਚ ਅੱਜ ਬੈਠੇ ਨੇ ਬਿਕਾਜ਼ ਆਫ ਕੈਨੇਡਾ। ਬਿਲਕੁਲ ਅਰਸ਼, ਦੇਖੋ ਜਿੱਥੇ ਟੈਕਸ ਡਾਲਰ ਸਹੀ ਜਗ੍ਹਾ ਤੇ ਇਨਵੈਸਟ ਨਹੀਂ ਹੁੰਦੇ ਉਹ ਮੁਲਕ ਨੰਬਰ 1 ਦੁਨੀਆ 'ਚ ਬਣ ਨਹੀਂ ਸਕਦਾ। ਦੁਨੀਆ ਦੇ ਕੋਨੇ-ਕੋਨੇ 'ਚ ਬੈਠੀ ਜਨਤਾ ਦਾ ਦਿਲ ਨਹੀਂ ਧੜਕਦਾ ਹੋ ਸਕਦਾ ਵੀ ਮੈਂ ਛੱਡ ਕੇ ਆਪਣਾ ਦੇਸ਼ ਪਹੁੰਚ ਜਾਵਾਂ ਕੈਨੇਡਾ, ਇੱਥੇ ਕੋਈ ਗੱਲ ਆ ਤੇ ਤਦੀ ਆ। ਅੱਜ ਸਾਡੇ ਗਵਰਨਰ ਜਨਰਲ ਕੀ ਕਹਿ ਰਹੇ ਆ ਕੈਨੇਡਾ ਡੇ ਦੇ ਮੌਕੇ ਤੇ, ਕਹਿੰਦੇ ਜੀ ਵੀ ਬੀ ਕਾਇੰਡ ਟੂ ਈਚ ਅਦਰ, ਇੱਕ ਦੂਸਰੇ ਦੇ ਨਾਲ ਹਨਾ ਕੋਈ ਸਹਾਇਤਾ ਕਰੋ, ਉਹਨਾਂ ਦੇ ਪ੍ਰਤੀ ਤੁਸੀਂ ਦਿਆਲੂ ਹੋਵੋ। ਹੁਣ ਜਦੋਂ ਆਪਾਂ ਲੋੜਵੰਦ ਨੂੰ ਲੁੱਟ ਲੈਂਦੇ ਆ ਅਰਸ਼, ਤੇ ਉਹ ਤਾਂ ਕਾਇੰਡਨੈਸ ਨਹੀਂ ਆ। ਫਿਰ ਕਈ ਵਾਰੀ ਅਸੀਂ ਇੱਥੇ ਅੱਖੜ ਭਾਸ਼ਾ 'ਚ ਸੁਣਦੇ ਹਾਂ ਵੀ ਮਦਦ ਕਰ ਰਹੇ ਹਾਂ, ਮਦਦ ਦੀ ਕੋਈ ਕੀਮਤ ਪ੍ਰਾਈਸ ਨਹੀਂ ਹੁੰਦੀ ਅਰਸ਼। ਜਿਹੜੇ ਚਰਖੜੀਆਂ ਤੇ ਚੜੇ ਸੀ ਉਹਨਾਂ ਨੇ ਸ਼ਹਾਦਤ ਦੇ ਕਿੰਨੇ ਪੈਸੇ ਲਏ ਸੀ ਹਨਾ, ਜਾਂ ਜਿਨ੍ਹਾਂ ਨੇ ਅੱਜ ਵੀ ਆ ਮਾਰ ਕੇ ਕਹੋ ਵੀ ਜਰਵਾਣਿਆਂ ਨੂੰ ਜੇਲਾਂ 'ਚ ਬੈਠੇ ਆ ਹੈ,
ਤੇ ਮਤਲਬ ਕੌਮ ਨੂੰ ਉਹਨਾਂ ਨੇ ਲਤਾੜੀ ਹੋਈ ਪੱਗ ਨੂੰ ਸਿਰ ਤੇ ਰੱਖਿਆ, ਉਹਨਾਂ ਨੇ ਕਿੰਨੇ ਪੈਸੇ ਲਏ ਸੀ? ਜੀ 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 ਜੀ। ਤਾਂ ਇਸ ਕਰਕੇ ਆ 84 ਦੇ ਜ਼ਾਲਮਾਂ ਨੂੰ ਜਿਨ੍ਹਾਂ ਨੇ ਸਜ਼ਾ ਦਵਾਈਆਂ, ਉਹਨਾਂ ਨੇ ਕਿੰਨੇ ਪੈਸੇ ਲਏ ਸੀ? ਸੋ ਇਸ ਕਰਕੇ ਸਿੱਖ ਕੌਮ ਤਾਂ ਮਤਲਬ ਆਪਾਂ ਨੂੰ ਤਾਂ ਗੁਰੂ ਸਾਹਿਬ ਦੀ, ਸਾਡੇ ਇਤਿਹਾਸ ਦੀ ਸਿੱਖਿਆ ਹੀ ਇਹ ਹੈ ਕਿ ਅਸੀਂ ਕਾਇੰਡ ਰਹਿਣਾ, ਦਿਆਲੂ ਰਹਿਣਾ। ਲੋੜਵੰਦ ਨੂੰ ਲੁੱਟਣ ਦਾ ਮਤਲਬ ਕੀ ਹੈ? ਕਿਸੇ ਚਿੱਠੀ ਦੀ ਕੀਮਤ ਦਾ ਮਤਲਬ ਕੀ ਹੈ? LMIA ਦੀ ਮੁੱਲ ਵੱਟਣ ਦਾ ਮਤਲਬ ਕੀ ਹੈ? ਕਿਉਂਕਿ ਇਹ ਆਪਾਂ ਲੋੜਵੰਦ ਦੇ ਨਾਲ ਦਿਆਲੂ ਰਹਿਣਾ, ਉਹਦੇ ਤੇ ਜ਼ੁਲਮ ਨਹੀਂ ਕਰਨਾ। ਪਰ ਹੁਣ LMIA ਵੇਚਣਾ, ਚਿੱਠੀਆਂ ਵੇਚਣਾ, ਤਨਖਾਹਾਂ ਘੱਟ ਦੇਣਾ, ਤਨਖਾਹਾਂ ਮਾਰਨਾ, ਅਰਸ਼, ਇਹ ਜੁਰਮ ਤਾਂ ਹੈਗਾ ਹੀ ਹੈ, ਇਹ ਜ਼ੁਲਮ ਵੀ ਹੈ। ਜਦੋਂ ਕਹਿੰਦੇ ਜੀ ਕਿ ਸਾਡਾ ਕੰਮ ਤਾਂ ਜ਼ੁਲਮ ਦੇ ਖਿਲਾਫ ਖੜਨਾ ਹੈ, ਹੁਣ ਤਨਖਾਹ ਘੱਟ ਦੇਣਾ ਕਿੱਦਾਂ ਫਿਰ ਜ਼ੁਲਮ ਦੇ ਖਿਲਾਫ ਖੜਨਾ ਹੋਇਆ? ਕਿਸੇ ਚਿੱਠੀ ਦੀ ਕੀਮਤ ਵੱਟਣਾ ਕਿੱਦਾਂ ਜ਼ੁਲਮ ਦੇ ਖਿਲਾਫ ਖੜਨਾ ਹੋਇਆ? ਕਿਉਂਕਿ ਉਹਨੂੰ ਚਿੱਠੀ ਤਾਂ ਚਾਹੀਦੀ ਜ਼ੁਲਮ ਤੋਂ ਬਚਣ ਲਈ। LMIA ਲੋੜਵੰਦ ਨੂੰ ਚਾਹੀਦੀ, ਉਹਦੀ ਜੇ ਕੀਮਤ ਵੱਟ ਲਈ ਤੇ ਇਹ ਜ਼ੁਲਮ ਨਹੀਂ ਤਾਂ ਹੋਰ ਕੀ ਹੈ? ਜੁਰਮ ਵੀ ਹੈ ਤੇ ਜ਼ੁਲਮ ਵੀ ਹੈ ਜੀ, ਬਿਲਕੁਲ। ਸੋ ਇਸ ਕਰਕੇ ਗਵਰਨਰ ਜਨਰਲ ਦਾ ਮੈਸੇਜ ਵੀ ਹੈ ਤੇ ਸਾਡੇ ਗੁਰੂ ਸਾਹਿਬ ਦੀ ਸਿੱਖਿਆ ਵੀ ਤੇ ਇਹੀ ਹੈ, ਜਿਹਨੂੰ ਕਿ ਗਵਰਨਰ ਜਨਰਲ ਆਪਣੇ ਸ਼ਬਦਾਂ 'ਚ ਅੱਜ ਕਹਿ ਰਹੇ ਆ ਵੀ ਬੀ ਕਾਇੰਡ ਟੂ ਈਚ ਅਦਰ। ਜੇ ਕੋਈ ਵਾਕਿਆ ਹੀ ਕਾਇੰਡ ਹੈ ਲੋੜਵੰਦ ਦੇ ਨਾਲ, ਖਾਸ ਤੌਰ ਤੇ ਜੋ ਸਾਡੇ ਗੁਰੂ ਸਾਹਿਬਾਂ ਦੀ ਸਿੱਖਿਆ, ਤੇ ਫਿਰ ਉਹ ਕਿਸੇ ਨੂੰ ਤਨਖਾਹ ਘੱਟ ਦੇਣ ਦੇ ਬਹਾਨੇ ਘੜ ਕੇ ਉਹਨੂੰ ਜਾਇਜ਼ ਨਹੀਂ ਠਹਿਰਾਊ ਵੀ ਮੈਂ ਠੀਕ ਕਰ ਰਿਹਾ ਤੇ ਠੀਕ ਕਰ ਰਹੀ ਹਾਂ। ਸੋ ਇਸ ਕਰਕੇ ਇਹ ਹੈ ਜੀ ਵੀ ਮੈਂ ਸਮਝਦਾ ਵੀ ਇਹ ਨੁਕਸ ਹੈਗਾ, ਜਿਸ ਕਰਕੇ ਅਸੀਂ ਬਾਰ-ਬਾਰ ਇਹਦੀ ਗੱਲ ਕਰਦੇ ਹਾਂ ਜੀ। ਜਦੋਂ ਦੂਰ ਹੋ ਜਾਊਗਾ ਸਿਫਤਾਂ ਵੀ ਸ਼ੁਰੂ ਕਰ ਦਿਆਂਗੇ, ਉਹ ਵੀ ਸਾਡੇ ਕੋਲ ਹੈਗੇ ਟੂਲ ਸਾਰੇ। ਪਰ ਜਿੰਨਾ ਚਿਰ ਇਹ ਨੁਕਸ ਠੀਕ ਆਪਾਂ ਕਰਨਾ ਹੈ, ਹਜੇ ਪ੍ਰੋਸੈਸ ਸ਼ੁਰੂ ਹੋਇਆ ਹੈ ਜੀ। ਜਿੱਥੋਂ ਇਹ ਨੁਕਸ ਦੀਆਂ ਢਿਬਰੀਆਂ ਢਿੱਲੀਆਂ ਸੀ ਉਹ ਟਾਈਟ ਆਪਾਂ ਕਰਵਾ ਬੈਠੇ ਹਾਂ, ਕਾਫੀ ਅੱਗੇ ਨਾਲੋਂ ਫਰਕ ਹੈ। ਪਰ ਇਹਦੇ ਬਾਵਜੂਦ ਹਜੇ ਵੀ ਜਿਹੜਾ ਜੀ ਕਿਤੇ ਕਿਤੇ ਥੋੜਾ ਇਹ ਗੱਲ ਕੰਮ ਕਰਦੇ ਰਹਿਣ ਦੀ ਲੋੜ ਹੈ ਜੀ। ਕੈਨੇਡਾ ਡੇ ਤੇ ਮੈਸੇਜ ਖਾਸ ਹੈ ਜੀ ਕਿ ਅਸੀਂ ਲੋੜਵੰਦ ਦੇ ਨਾਲ ਦਿਆਲੂ ਕਾਇੰਡ ਉਦੋਂ ਆ ਜਦੋਂ ਅਸੀਂ ਉਹਦੀ ਸਹਾਇਤਾ ਮੁਫਤ ਕਰਦੇ ਹਾਂ, ਕਿਉਂਕਿ ਸਾਡੇ ਸ਼ਹੀਦਾਂ ਨੇ, ਸਾਡੇ ਗੁਰੂਆਂ ਨੇ ਆਪਣੀਆਂ ਸ਼ਹਾਦਤਾਂ, ਆਪਣੀਆਂ ਮਿਹਰਬਾਨੀਆਂ ਦਾ ਕੋਈ ਸਾਡੇ ਤੋਂ ਮੁੱਲ ਨਹੀਂ ਵੱਟਿਆ ਹੋਇਆ ਤੇ ਸਾਡੇ ਕੋਲ ਵੀ ਕੋਈ ਹੱਕ ਨਹੀਂ ਬਣਦਾ ਕਿ ਲੋੜਵੰਦਾਂ ਨੂੰ ਅਸੀਂ ਲੁੱਟਣਾ ਸ਼ੁਰੂ ਕਰ ਦਈਏ, ਜਦੋਂ ਕਿ ਉਹਨਾਂ ਨੂੰ ਸਾਡੇ ਤੋਂ ਮਦਦ ਦੀ ਆਸ ਹੈ। ਆਲਰਾਈਟ ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਪਾਏਦਾਰ ਗੱਲਾਂ ਬਾਤਾਂ ਕੀਤੀ ਤੁਸੀਂ, ਪਰੰਤੂ ਅੱਜ ਗਿਫਟ ਵੀ ਓਨਟੇਰੀਅਨਸ ਨੂੰ ਦਿੱਤਾ ਜਾ ਰਿਹਾ ਜੀ। ਤੇਲ ਦੀਆਂ ਪ੍ਰਾਈਸਿਸ ਘੱਟ ਹੋ ਗਈਆਂ ਨੇ, ਅੱਜ 5.7 ਸੈਂਟਸ ਅੱਜ ਸਸਤਾ ਹੋਵੇਗਾ ਤੇਲ। ਠੀਕ ਹੈ ਸਰ, ਵੈਸੇ ਕਾਫੀ ਵੱਡਾ ਫਰਕ ਪੈ ਰਿਹਾ। ਕੱਲ ਨੂੰ ਕਹਿੰਦੇ 7 ਸੈਂਟ ਹੋਰ ਪਰ ਲੀਟਰ ਘੱਟ ਜਾਣੀ ਆ। ਕੁੱਲ ਮਿਲਾ ਕੇ ਕੈਨੇਡਾ ਦੇ ਦਾ ਗਿਫਟ ਵੱਡਾ ਹੈ, ਕਿਉਂਕਿ ਇਹ ਜਿਹੜੀ ਗੈਸ ਦੀ ਪ੍ਰਾਈਸ ਆ ਇੱਕ ਬਹੁਤ ਵੱਡਾ ਵੀ ਜ਼ੁਲਮ ਹੀ ਚੱਲ ਰਿਹਾ ਨਹੀਂ ਜਾਨੀ ਕੈਨੇਡੀਅਨਸ ਦੇ ਉੱਤੇ। ਪਰ ਇਹ ਥੋੜਾ ਹੁਣ ਚਲੋ ਹੈਲਪ ਹੋ ਜਾਏਗੀ ਵੀ ਕੈਨੇਡਾ ਡੇ ਦੇ ਮੌਕੇ ਤੇ ਇਹ ਗਿਫਟ ਆਇਆ, ਕਹਿ ਲਓ ਵੀ 1 ਤੇ 6.25 ਸੈਂਟ ਦੀ ਰਾਹਤ ਜਿਹੜੀ ਆ ਇਹ ਓਨਟਾਰੀਓ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਦਿੱਤੀ ਆ ਜੀ। ਇਹਨਾਂ ਦਾ ਵੈਸੇ ਜਿਹੜਾ ਕੁੱਲ ਟੈਕਸ ਆ ਜਿਹੜਾ ਪਰ ਲੀਟਰ ਤੇ, ਜਦੋਂ ਪਰ ਲੀਟਰ 1 ਲੀਟਰ ਆਪਾਂ ਗੈਸ ਪਵਾ ਲਈਏ ਤੇ ਉਹਦੇ ਵਿੱਚ ਜਿਹੜਾ 15 ਸੈਂਟ ਆ ਨਾ ਅਰਸ਼, ਮਤਲਬ ਕਹਿ ਲਓ ਵੀ 14.7 ਸੈਂਟ ਉਹ ਪ੍ਰੋਵਿੰਸ ਦਾ ਟੈਕਸ ਹੈ। ਉਹਦੇ ਵਿੱਚੋਂ ਅੱਜ ਉਹਨਾਂ ਨੇ ਜਿਹੜਾ ਜੀ 6.25 ਸੈਂਟ ਕਹਿ ਲਓ ਵੀ 5.7 ਸੈਂਟ ਜਿਹੜੇ ਆ ਉਹ ਕੱਟ ਕੀਤੇ ਆ ਤੇ ਹੁਣ ਇਹਨਾਂ ਕੋਲ 9 ਸੈਂਟ ਟੈਕਸ ਪਰ ਲੀਟਰ ਜਾਇਆ ਕਰੂਗਾ। 31 ਦਸੰਬਰ ਤੱਕ ਦੀ ਇਹ ਰਿਲੀਫ ਆ 6 ਮਹੀਨਿਆਂ ਦੀ, ਤੇ 11 ਸੈਂਟ ਇਹ ਕੁੱਲ ਮਿਲਾ ਕੇ ਅੱਜ ਰਾਤ ਉੜੇ ਆ, ਤੇ 7 ਸੈਂਟ ਜਿਹੜੇ ਆ ਜੀ ਵੀ ਉਹ ਕੱਲ ਰਾਤ ਨੂੰ ਉੜ ਜਾਣਗੇ। ਤੇ ਜੇ ਦਿਨ ਕੱਢਿਆ ਜਾ ਸਕਦਾ ਤੇ ਫਿਰ ਕੈਨੇਡਾ ਡੇ ਦੇ ਗਿਫਟ ਦੇ ਤੌਰ ਤੇ ਕਿਹਾ ਜੀ ਵੀ ਐਤਵਾਰ ਨੂੰ ਜਿਹਨਾਂ ਨੇ ਗੈਸ ਪਵਾਉਣੀ ਆ ਉਹਨਾਂ ਦੀ ਕੱਲ ਦੇ ਮੁਕਾਬਲੇ 18 ਸੈਂਟ ਪਰ ਲੀਟਰ ਇਹ ਚੀਪਰ ਗੈਸ ਹੋਊਗੀ। ਸੋ ਚਲੋ ਐਟਲੀਸਟ ਕੁਝ ਨਾ ਕੁਝ ਤੇ ਹੈ ਹੀ ਆ ਜੀ। ਸੋ ਇਹ ਕੈਨੇਡਾ ਡੇ ਦਾ ਗਿਫਟ ਵੀ ਸਮਝਿਆ ਜਾ ਸਕਦਾ ਜੀ ਡਗਫੋਰਡ ਉਹਨਾਂ ਦੀ ਗਵਰਨਮੈਂਟ ਦੇ ਵੱਲੋਂ, ਜਿਹੜਾ ਕਿ ਲੌਂਗ ਅਗੋ ਉਹਨਾਂ ਨੇ 2018 ਚ ਪ੍ਰੋਮਿਸ ਕੀਤਾ ਸੀ। ਉਦੋਂ ਵੈਸੇ ਗੈਸ ਅੱਜ ਨਾਲੋਂ ਅੱਧੀ ਕੀਮਤ ਤੇ ਸੀ। ਇਹ ਰਿਲੀਫ ਵੀ ਵੈਸੇ ਉਹਨਾਂ ਨੂੰ ਹੁਣ ਦੁੱਗਣਾ ਹੀ ਦੇਣਾ ਚਾਹੀਦਾ ਵੀ ਜੇ 10 ਸੈਂਟ ਉਦੋਂ ਪ੍ਰੋਮਿਸ ਸੀ ਤੇ ਅੱਜ ਉਹ 20 ਸੈਂਟ ਮਤਲਬ ਕੱਟ ਕਰਨ ਤੇ ਤਾਂ ਜਿਹੜਾ ਉਹ ਪ੍ਰੋਮਿਸ ਪੂਰਾ ਹੋਇਆ ਦਿਸਦਾ ਹੈ। ਚਲੋ ਕੁਝ ਤੇ ਉਹਨਾਂ ਨੇ ਕਦਮ ਜਿਹੜਾ ਅਗਾਂਹ ਵੱਲ ਨੂੰ ਪੁੱਟਿਆ, ਇਸ ਲਈ ਉਹਨਾਂ ਦਾ ਥੈਂਕ ਯੂ ਕਰ ਦਿੰਦੇ ਜੀ। ਆਲਰਾਈਟ ਜੌਲ ਸਾਹਿਬ, ਨਾਲ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਐਜ਼ ਯੂ ਨੋ ਹੁਣ ਮਿਊਨਿਸਪਲ ਇਲੈਕਸ਼ਨਸ ਦਾ ਬੈਲ ਵੱਜਣ ਵਾਲੀ ਹੈ ਐਨੀ ਟਾਈਮ ਸੂਨ, ਐਂਡ ਤੁਸੀਂ ਜੌਲ ਸਾਹਿਬ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਵਾਰਡ 9 ਅਤੇ 10 ਐਜ਼ ਅ ਸਕੂਲ ਟਰਸਟੀ ਕੈਂਡੀਡੇਟ। ਤੁਹਾਡੇ ਨਾਲ ਸਾਡੇ ਆਪਣੇ ਸਤਪਾਲ ਸਿੰਘ ਜੌਲ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਟੀਮ ਦੇ ਨਾਲ ਜੁੜਨਾ ਚਾਹੁੰਦੇ ਹੋ, ਜਾਂ ਇਹਨਾਂ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਕਮਿਊਨਿਟੀ ਰਿਲੇਟਿਡ ਗੱਲਬਾਤ ਲਈ, ਤਾਂ 4168953784 4168953784 ਤੇ ਜੌਲ ਸਾਹਿਬ ਦੇ ਨਾਲ ਡਾਇਰੈਕਟਲੀ ਗੱਲਬਾਤ ਕੀਤੀ ਜਾ ਸਕਦੀ ਹੈ। ਜੌਲ ਸਾਹਿਬ, ਥੈਂਕ ਯੂ ਸੋ ਮਚ ਐਂਡ ਅਗੇਨ ਵੈਰੀ ਹੈਪੀ ਕੈਨੇਡਾ ਡੇ। ਥੈਂਕ ਯੂ ਜਸ਼। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।